टीवी पंजाब देखने वाले सारे दर्शकों का स्वागत है जी। मैं हाँ मनदीप सिंह ते लैके हाज़र हाँ एक बार फिर टीवी पंजाब का खास न्यूज़ बुलेटिन ते पहला नज़र मारते हैं अज दीयां चोणवीआं खबरां ते। क्यूबक सरकार का वड्डा फैसला, वैक्सीन ना लवाउण वाले लोगों ते लगेगा हैल्थ टैक्स। ब्रिटिश कोलंबिया विच भारी मींह की चेतावनी, एक बारी फिर आ सकते ने हड़। ट्रूडो ने की अपील, हर व्यक्ति जरूर लगवावे वैक्सीन। अंटारियो का वड्डा फैसला, इंटरनैशनल नर्सस नूं दिता जाएगा काम ਅਤੇ ਅੰਟਾਰੀਓ ਵਿੱਚ जी क्लास रोड ਟੈਸਟ ਲਈ ਨਵੀਆਂ ਹਦਾਇਤਾਂ। ਟੈਸਟ ਨੂੰ ਕੀਤਾ ਗਿਆ ਛੋਟਾ। ਇਹ ਸੀ ਚੋਣਵੀਆਂ ਖਬਰਾਂ ਤੇ ਹੁਣ ਖਬਰਾਂ ਵਿਸਥਾਰ ਨਾਲ। ਅੰਟਾਰੀਓ ਸਰਕਾਰ ਵੱਲੋਂ ਵੈਕਸੀਨ ਨਾ ਲਵਾਉਣ ਵਾਲੇ ਲੋਕਾਂ ਉੱਤੇ ਇੱਕ ਨਵਾਂ ਟੈਕਸ ਲਗਾਇਆ ਜਾ ਰਿਹਾ, ਜਿਸ ਨੂੰ ਜੁਰਮਾਨੇ ਦੇ ਰੂਪ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਸ ਸੰਬੰਧੀ ਹਲੇ ਰਕਮ ਤੈਅ ਨਹੀਂ ਕੀਤੀ ਗਈ ਹੈ, ਪਰ ਐਂ ਲੱਗਦਾ ਕਿ ਸਰਕਾਰ ਬੇहद ਸਖਤ ਨਜ਼ਰ ਆ ਰਹੀ ਹੈ ਅਤੇ ਭਾਰੀ ਟੈਕਸ ਇਹਨਾਂ ਲੋਕਾਂ ਉੱਤੇ ਲਾਇਆ ਜਾ ਸਕਦਾ ਹੈ ਅਤੇ ਜਿਸ ਦਾ ਐਲਾਨ ਅੱਜ ਕਿਊਬਕ ਦੇ ਪ੍ਰੀਮੀਅਰ ਨੇ ਕੀਤਾ ਅਤੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸਖਤੀ ਅਨਵੈਕਸੀਨੇਟਡ ਲੋਕਾਂ ਉੱਤੇ ਦੱਸਿਆ ਜਾ ਰਿਹਾ ਹੈ। ਕਿਊਬਕ ਵਿੱਚ ਅੱਜ ਆਪਣੀ ਤਰ੍ਹਾਂ ਦੇ ਇੱਕ ਅਨੋਖੇ ਟੈਕਸ ਦਾ ਐਲਾਨ ਕੀਤਾ ਗਿਆ। ਇਹ ਐਲਾਨ ਕਿਊਬਕ ਦੇ ਪ੍ਰੀਮੀਅਰ ਨੇ ਮੌਂਟਰੀਅਲ ਸ਼ਹਿਰ ਵਿੱਚ ਕੀਤਾ, ਜਿਸ ਵਿੱਚ ਇਹ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਹਨਾਂ ਉੱਤੇ ਵੱਖਰਾ ਟੈਕਸ ਲਾਇਆ ਜਾਵੇਗਾ। ਅਨਵੈਕਸੀਨੇਟਡ ਲੋਕਾਂ ਉੱਤੇ ਇਸ ਵਕਤ ਕਿਊਬਕ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਔਰ ਕਿਊਬਕ ਦੇ ਪ੍ਰੀਮੀਅਰ ਨੇ ਕਿਹਾ ਕਿ ਸਿਰਫ 10% ਅਜਿਹੇ ਲੋਕ ਹਨ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ, ਪਰ ਉਹਨਾਂ ਨੇ 50% ਲੋਕਾਂ ਨੂੰ ਬਿਮਾਰ ਕੀਤਾ ਹੋਇਆ ਜੋ ਇਸ ਵਕਤ ਹਸਪਤਾਲਾਂ ਵਿੱਚ ਦਾਖਲ ਨੇ। ਉਹਨਾਂ ਨੇ ਕਿਹਾ ਕਿ ਹੈਲਥ ਸਿਸਟਮ ਉੱਤੇ ਇਹਨਾਂ ਲੋਕਾਂ ਕਰਕੇ ਕਾਫੀ ਬੋਝ ਪਿਆ ਹੋਇਆ, ਇਸ ਕਰਕੇ ਇਹਨਾਂ ਉੱਤੇ ਹੈਲਥ ਟੈਕਸ ਲਗਾਇਆ ਜਾ ਰਿਹਾ ਹੈ। ਹਾਲਾਂਕਿ ਇਹ ਹੈਲਥ ਟੈਕਸ ਕਿੰਨਾ ਹੋਵੇਗਾ ਇਸ ਸੰਬੰਧੀ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ। ਹਾਲੇ ਸਿਰਫ ਇੰਨਾ ਐਲਾਨ ਕੀਤਾ ਗਿਆ ਕਿ ਜਿਹੜੇ ਲੋਕ ਅਨਵੈਕਸੀਨੇਟਡ ਨੇ, ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਦੀ ਇੱਕ ਵੀ ਡੋਜ਼ ਨਹੀਂ ਲਗਵਾਈ, ਉਹਨਾਂ ਨੂੰ ਹੈਲਥ ਟੈਕਸ ਦੇਣਾ ਪਵੇਗਾ ਅਤੇ ਇਹਦੇ ਵਿੱਚ ਸਿਰਫ ਉਹਨਾਂ ਲੋਕਾਂ ਨੂੰ ਹੀ ਛੋਟ ਮਿਲੇਗੀ ਜੋ ਮੈਡੀਕਲ ਰੀਜ਼ਨਸ ਕਰਕੇ ਵੈਕਸੀਨ ਨਹੀਂ ਲਗਵਾ ਸਕਦੇ। ਬਾਕੀ ਸਭ ਅਡਲਟਸ ਤੇ ਇਹ ਟੈਕਸ ਲਗਾਇਆ ਜਾਵੇਗਾ। ਕਿਊਬਕ ਦੇ ਪ੍ਰੀਮੀਅਰ ਨੇ ਦੋਸ਼ ਲਾਇਆ ਕਿ ਅਨਵੈਕਸੀਨੇਟਡ ਲੋਕਾਂ ਕਰਕੇ ਇਸ ਵਕਤ ਕਰੋਨਾ ਵਾਇਰਸ ਦੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਅਤੇ ਜੋ ਇਸ ਵਕਤ ਹਸਪਤਾਲ ਦੇ ਵਿੱਚ ਇੰਨੀ ਵੱਡੀ ਪੱਧਰ ਵਿੱਚ ਜੋ ਕਰੋਨਾ ਦੇ ਮਰੀਜ਼ ਭਰਤੀ ਨੇ, ਉਸ ਦੇ ਪਿੱਛੇ ਕਾਰਨ ਵੀ ਇਹੀ ਅਨਵੈਕਸੀਨੇਟਡ ਲੋਕ ਨੇ। ਇਸ ਵਕਤ ਕਿਊਬਕ ਵਿੱਚ 2742 ਲੋਕ ਹਸਪਤਾਲ ਵਿੱਚ ਦਾਖਲ ਨੇ, ਜਿਸ ਵਿੱਚੋਂ 255 ICU ਵਿੱਚ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਿਊਬਕ ਦੇ ਪ੍ਰੀਮੀਅਰ ਨੇ ਕਿਹਾ ਕਿ ਇਹਨਾਂ ਲੋਕਾਂ ਕਰਕੇ ਜੋ ਕਿਊਬਕ ਦੇ ਹੈਲਥ ਸਿਸਟਮ ਉੱਤੇ ਬੋਝ ਪੈ ਰਿਹਾ ਉਹ ਇਹਨਾਂ ਲੋਕਾਂ ਕੋਲੋਂ ਹੀ ਵਸੂਲਿਆ ਜਾਵੇਗਾ। ਉੱਥੇ ਹੀ ਕਿਊਬਕ ਵੱਲੋਂ ਅੱਜ ਆਪਣੇ ਨਵੇਂ ਪਬਲਿਕ ਹੈਲਥ ਡਾਇਰੈਕਟਰ ਦਾ ਵੀ ਐਲਾਨ ਕੀਤਾ ਗਿਆ, ਜਿਨ੍ਹਾਂ ਨੂੰ ਅੱਗੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਲਈ ਆਪਣੀ ਤਰ੍ਹਾਂ ਦਾ ਇਹ ਪਹਿਲਾਂ ਤੇ ਸਖਤ ਕਾਨੂੰਨ ਬਣਾਇਆ ਗਿਆ, ਜਿਹਦੇ ਵਿੱਚ ਹੁਣ ਇਹਨਾਂ ਲੋਕਾਂ ਨੂੰ ਟੈਕਸ ਦੇਣਾ ਪਵੇਗਾ। ਇਹ ਟੈਕਸ ਕਿੰਨਾ ਅਤੇ ਕਦੋਂ ਤੋਂ ਲਾਗੂ ਹੋਵੇਗਾ, ਇਸ ਸੰਬੰਧੀ ਐਲਾਨ ਵੀ ਜਲਦੀ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਵੱਲੋਂ ਵੱਖ-ਵੱਖ ਯਤਨ ਕੀਤੇ ਗਏ ਨੇ ਕਿ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਵਾਉਣ ਲਈ ਉਤਸ਼ਾਹ ਕੀਤਾ ਜਾਵੇ। ਇਸ ਤੋਂ ਪਹਿਲਾਂ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਕੀਤਾ ਗਿਆ ਔਰ ਸਾਰੀਆਂ ਅਹਿਮ ਥਾਵਾਂ ਉੱਤੇ ਇਸ ਪ੍ਰੂਫ ਆਫ ਵੈਕਸੀਨੇਸ਼ਨ ਦਾ ਲੈ ਕੇ ਜਾਣਾ ਜ਼ਰੂਰੀ ਸੀ। ਇਸ ਤੋਂ ਬਾਅਦ ਵੀ ਕੁਝ ਲੋਕ ਰਹਿ ਗਏ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ। ਇਸ ਤੋਂ ਇਲਾਵਾ ਕੁਝ ਲੋਕ ਹੈਲਥ ਸਿਸਟਮ ਵਿੱਚ ਵੀ ਅਜਿਹੇ ਨੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ, ਜਿਨ੍ਹਾਂ ਤੋਂ ਕੰਮ ਤੋਂ ਕੱਢਣ ਦੀ ਗੱਲ ਵੀ ਕੀਤੀ ਗਈ। ਇਸ ਤੋਂ ਇਲਾਵਾ ਕਈ ਸੂਬਿਆਂ ਵਿੱਚ ਲੋਟਰੀ ਸਿਸਟਮ ਵੀ ਸ਼ੁਰੂ ਕੀਤਾ ਗਿਆ ਅਤੇ ਕਈ ਥਾਵਾਂ ਤੇ ਕੁਝ ਕੰਪਨਸੇਸ਼ਨ ਦੇਣ ਦਾ ਐਲਾਨ ਵੀ ਕੀਤਾ ਗਿਆ, ਪਰ ਇਸ ਦੇ ਬਾਵਜੂਦ ਵੀ ਹਾਲੇ ਕਈ ਸੂਬਿਆਂ ਵਿੱਚ ਅਜਿਹੇ ਲੋਕ ਨੇ ਜੋ ਵੈਕਸੀਨ ਨਹੀਂ ਲਗਵਾ ਰਹੇ ਨੇ ਅਤੇ ਅਜਿਹੇ ਲੋਕਾਂ ਲਈ ਹੁਣ ਕਿਊਬਕ ਸੂਬਾ ਇੱਕ ਅੱਗੇ ਨਿਕਲ ਕੇ ਆਇਆ, ਜਿਸ ਨੇ ਇੱਕ ਨਵਾਂ ਰਸਤਾ ਦਿਖਾ ਦਿੱਤਾ ਹੈ ਕਿ ਇਸ ਤਰੀਕੇ ਨਾਲ ਵੀ ਉਹਨਾਂ ਲੋਕਾਂ ਉੱਤੇ ਵੈਕਸੀਨ ਲਵਾਉਣ ਦਾ ਪ੍ਰੈਸ਼ਰ ਪਾਇਆ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਾਰੀ ਫਿਰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਇਸ ਮੀਂਹ ਦੇ ਨਾਲ ਪਿਛਲੇ ਦਿਨੀ ਪਈ ਬਰਫ਼ ਪਿਘਲ ਕਰਕੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ, ਜਿਸ ਕਰਕੇ ਹੜ੍ਹ ਵਰਗੇ ਹਾਲਾਤ ਵੀ ਬਣ ਸਕਦੇ ਨੇ, ਜਿਸ ਨੂੰ ਦੇਖਦਿਆਂ BC ਸਰਕਾਰ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਅਤੇ ਨਾਲ ਹੀ ਹੜ੍ਹਾਂ ਲਈ ਤਿਆਰ ਰਹਿਣ ਲਈ ਵੀ ਕਿਹਾ ਗਿਆ ਹੈ। ਐਨਵਾਇਰਨਮੈਂਟ ਕੈਨੇਡਾ ਵੱਲੋਂ ਬ੍ਰਿਟਿਸ਼ ਕੋਲੰਬੀਆ ਲਈ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ। ਐਨਵਾਇਰਨਮੈਂਟ ਕੈਨੇਡਾ ਨੇ ਭਵਿੱਖਬਾਣੀ ਕੀਤੀ ਹੈ ਕਿ BC ਦੇ ਸਾਊਥ ਕੋਸਟ ਇਲਾਕੇ ਵਿੱਚ 150 ਮਿਲੀਮੀਟਰ ਤੱਕ ਦਾ ਮੀਂਹ ਪੈ ਸਕਦਾ, ਜਿਸ ਨਾਲ ਹੜ੍ਹ ਵਰਗੇ ਹਾਲਾਤ ਵੀ ਬਣ ਸਕਦੇ ਨੇ। ਐਨਵਾਇਰਨਮੈਂਟ ਕੈਨੇਡਾ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਵੈਨਕੂਵਰ ਆਈਲੈਂਡ ਦੇ ਵੈਸਟ ਕੋਸਟ, ਇਨਰ ਸਾਊਥ ਕੋਸਟ ਅਤੇ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪਵੇਗਾ। ਇਹ ਵਾਰਨਿੰਗ ਅੱਜ ਮੰਗਲਵਾਰ 11 ਜਨਵਰੀ ਤੋਂ ਲੈ ਕੇ ਵੀਰਵਾਰ ਤੱਕ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਬਰਫ਼ ਦੇ ਪਿਘਲਣ ਕਾਰਨ
ਪਾਣੀ ਦਾ ਵਹਾਅ ਵੀ ਵੱਧ ਸਕਦਾ ਹੈ। ਐਮਰਜੈਂਸੀ ਮੈਨੇਜਮੈਂਟ BC ਵੱਲੋਂ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਘਰਾਂ ਦੇ ਮਾਲਕਾਂ ਨੂੰ ਸੰਭਾਵੀ ਹੜ੍ਹ ਦੇ ਖਤਰੇ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਹੈ ਅਤੇ ਨਾਲ ਹੀ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਸਟ੍ਰੋਮ ਡਰੇਨਸ ਅਤੇ ਗਟਰਸ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ ਤੇ ਨਾਲ ਹੀ ਸੈਂਡ ਬੈਂਕਸ ਦਾ ਪ੍ਰਬੰਧ ਵੀ ਕਰ ਲੈਣਾ ਚਾਹੀਦਾ ਹੈ ਜੋ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਸਕਦੇ ਨੇ। ਇਸ ਦੇ ਨਾਲ ਹੀ ਕਈ ਥਾਵਾਂ ਤੇ ਧਰਤੀ ਖਿਸਕਣ ਦੇ ਮਾਮਲੇ ਵੀ ਸਾਹਮਣੇ ਆ ਸਕਦੇ ਨੇ, ਜਿਸ ਵਿੱਚ ਵੈਨਕੂਵਰ ਆਈਲੈਂਡ, ਸਾਊਥ ਕੋਸਟ ਅਤੇ C2 ਸਕਾਈ ਮਾਊਂਟੇਨਸ ਨੂੰ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ ਆਕਸਫੋਰਡ ਸਿਟੀ ਵੱਲੋਂ ਵੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿੱਥੇ ਕਿ ਨਵੰਬਰ ਵਿੱਚ ਭਾਰੀ ਹੜ੍ਹ ਆਇਆ ਸੀ ਅਤੇ ਕਾਫੀ ਤਬਾਹੀ ਉਸਨੇ ਮਚਾਈ ਸੀ। ਐਨਵਾਇਰਨਮੈਂਟ ਕੈਨੇਡਾ ਵੱਲੋਂ ਫਰੇਜ਼ਰ ਵੈਲੀ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਕਿ ਇੱਥੇ ਮੰਗਲਵਾਰ ਨੂੰ 10 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ, ਜਦਕਿ ਰਾਤ ਨੂੰ 40 ਮਿਲੀਮੀਟਰ ਅਤੇ ਬੁੱਧਵਾਰ ਨੂੰ 20 ਮਿਲੀਮੀਟਰ ਤੱਕ ਦਾ ਮੀਂਹ ਪੈ ਸਕਦਾ ਹੈ। ਨਵੰਬਰ 'ਚ ਆਏ ਹੜ੍ਹਾਂ ਨੇ ਸਰਕਾਰ ਨੂੰ ਹੋਰ ਵੀ ਚਕੰਨਾ ਬਣਾ ਦਿੱਤਾ ਹੈ। ਸਰਕਾਰ ਵੱਲੋਂ ਫਲੱਡ ਜ਼ੋਨ ਵਿੱਚ ਰਹਿ ਰਹੇ ਲੋਕਾਂ ਨੂੰ ਪਹਿਲਾਂ ਹੀ ਤਿਆਰੀਆਂ ਲਈ ਕਹਿ ਦਿੱਤਾ ਗਿਆ ਹੈ ਅਤੇ ਇਹ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਗ੍ਰੈਬ ਐਂਡ ਗੋ ਵਰਗੇ ਬੈਗ ਤਿਆਰ ਕਰਕੇ ਹੜ੍ਹਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਸਰਕਾਰ ਵੱਲੋਂ ਗ੍ਰੈਬ ਐਂਡ ਗੋ ਬੈਗ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਐਮਰਜੈਂਸੀ ਹਾਲਾਤਾਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਅਤੇ ਇਸ ਬੈਗ ਵਿੱਚ ਉਹਨਾਂ ਵੱਲੋਂ ਕੀ ਪਾ ਕੇ ਉੱਥੋਂ ਇਲਾਕੇ 'ਚੋਂ ਨਿਕਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਗਵਾਈ ਹੈ ਅਤੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੈਕਸੀਨ ਲਵਾ ਲਈ ਹੈ। ਇਸ ਦੇ ਨਾਲ ਹੀ ਜਸਟਿਨ ਟਰੂਡੋ ਨੇ ਇਹ ਵੀ ਜਾਣਕਾਰੀ ਜਾਰੀ ਕੀਤੀ ਹੈ ਕਿ ਜਿਹੜੇ ਬੱਚੇ ਇਸ ਵਕਤ ਸਕੂਲ ਨਹੀਂ ਜਾ ਸਕਦੇ ਉਹਨਾਂ ਦੇ ਮਾਪਿਆਂ ਵਾਸਤੇ ਕੇਅਰ ਗਿਵਿੰਗ ਸੰਬੰਧੀ ਇੱਕ ਮਦਦ ਦਾ ਪ੍ਰੋਗਰਾਮ ਵੀ ਜਾਰੀ ਕੀਤਾ ਗਿਆ। ਜਸਟਿਨ ਟਰੂਡੋ ਵੱਲੋਂ ਅੱਜ ਟਵੀਟ ਕਰਕੇ ਕੁਝ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ। ਜਸਟਿਨ ਟਰੂਡੋ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਗਵਾ ਕੇ ਆਪਣੀ ਡਿਊਟੀ ਨਿਭਾ ਦਿੱਤੀ ਹੈ ਉਹ ਉਹਨਾਂ ਦਾ ਧੰਨਵਾਦ ਕਰਦੇ ਨੇ, ਕਿਉਂਕਿ ਉਹਨਾਂ ਦਾ ਇਹ ਐਕਸ਼ਨ ਇਸ ਮਹਾਮਾਰੀ ਨੂੰ ਖਤਮ ਕਰਨ ਵਿੱਚ ਮਦਦ ਕਰੇਗਾ। ਇਹਦੇ ਨਾਲ ਉਹਨਾਂ ਨੇ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਗਵਾਈ ਹੈ ਉਹ ਅੱਜ ਹੀ ਵੈਕਸੀਨ ਲਗਵਾਉਣ ਦਾ ਉਦਮ ਕਰਨ। ਇੱਥੇ ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਹਰ ਪ੍ਰੈਸ ਕਾਨਫਰੰਸ ਅਤੇ ਕੁਝ ਦਿਨਾਂ ਤੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀ ਲਗਾਤਾਰ ਟਵੀਟ ਕਰਕੇ ਵੈਕਸੀਨ ਲਗਵਾਉਣ ਦੀ ਅਪੀਲ ਲੋਕਾਂ ਨੂੰ ਕਰ ਰਹੇ ਨੇ। ਇਸ ਦੇ ਨਾਲ ਹੀ ਜਸਟਿਨ ਟਰੂਡੋ ਇਹ ਵੀ ਕਹਿ ਚੁੱਕੇ ਨੇ ਕਿ ਕੈਨੇਡਾ ਕੋਲ ਤੀਜੇ ਟੀਕੇ ਲਈ ਕਾਫੀ ਵੈਕਸੀਨ ਬਾਕੀ ਹੈ ਔਰ ਇੱਥੋਂ ਤੱਕ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਚੌਥਾ ਟੀਕਾ ਵੀ ਲਾਉਣਾ ਪਿਆ ਤਾਂ ਵੀ ਕੈਨੇਡਾ ਕੋਲ ਵੈਕਸੀਨ ਦੀ ਕੋਈ ਘਾਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਇਸ ਵਕਤ ਵੈਕਸੀਨ ਨਹੀਂ ਲਗਵਾ ਰਹੇ ਉਹ ਵੈਕਸੀਨ ਲਗਾ ਲੈਣ ਤਾਂ ਕੈਨੇਡਾ ਕਾਫੀ ਹੱਦ ਤੱਕ ਇਸ ਮਹਾਮਾਰੀ ਤੇ ਕਾਬੂ ਪਾ ਲਵੇਗਾ। ਦੂਜੇ ਪਾਸੇ ਜਸਟਿਨ ਟਰੂਡੋ ਨੇ ਇੱਕ ਵਾਰੀ ਫਿਰ ਆਪਣੇ ਟਵਿੱਟਰ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਕੋਵਿਡ-19 ਕਾਰਨ ਤੁਹਾਡੇ ਬੱਚੇ ਸਕੂਲ ਨਹੀਂ ਜਾ ਰਹੇ ਨੇ ਅਤੇ ਉਹਨਾਂ ਬੱਚਿਆਂ ਕਰਕੇ ਤੁਸੀਂ ਆਪਣੇ ਕੰਮ ਤੇ ਨਹੀਂ ਜਾ ਰਹੇ ਹੋ ਤਾਂ ਤੁਸੀਂ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਲਈ ਅਪਲਾਈ ਕਰ ਸਕਦੇ ਹੋ, ਜੋ ਕਿ ਤੁਹਾਡੇ ਲਈ ਮਦਦ ਕਰੇਗਾ, ਜਿਸ ਲਈ ਤੁਹਾਨੂੰ ਕੈਨੇਡੀਅਨ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰਨਾ ਪਵੇਗਾ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਇਸ ਦੌਰਾਨ ਲੋਕਾਂ ਦੀ ਮਦਦ ਲਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ, ਜਸਟਿਨ ਟਰੂਡੋ ਆਪਣੇ ਟਵਿੱਟਰ ਹੈਂਡਲ ਤੇ ਉਹਨਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਨੇ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਇਸ ਦੌਰਾਨ ਵੈਕਸੀਨ ਲਵਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਅਤੇ ਇਸ ਸਮੇਂ ਲੋਕਾਂ ਨੂੰ ਵੱਧ ਤੋਂ ਵੱਧ ਬੂਸਟਰ ਸ਼ਾਟ ਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਓਮੀਕਰੋਨ ਨੂੰ ਕਾਬੂ ਕੀਤਾ ਜਾ ਸਕੇ। ਕੋਰੋਨਾ ਵਾਇਰਸ ਦੀ ਆਮਦ ਤੋਂ ਬਾਅਦ ਕੈਨੇਡਾ 'ਚ ਹੈਲਥ ਕੇਅਰ ਸਿਸਟਮ ਦੇ ਵਿੱਚ ਵਰਕਰਾਂ ਦੀ ਭਾਰੀ ਕਮੀ ਖਲ ਰਹੀ ਹੈ ਅਤੇ ਜਿਸ ਤੋਂ ਲੈ ਕੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਕਈ ਪ੍ਰੋਗਰਾਮ ਕੱਢੇ ਗਏ ਨੇ ਅਤੇ ਹੁਣ ਅੰਟਾਰੀਓ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ, ਜਿੱਥੇ ਇਸ ਵਕਤ ਇੰਟਰਨੈਸ਼ਨਲ ਗ੍ਰੈਜੂਏਟਡ ਨਰਸਸ ਨੂੰ ਜਿਹੜਾ ਵਾ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ ਇਸ ਦੌਰਾਨ ਉਹਨਾਂ ਦੀ ਨੌਕਰੀ ਪੱਕੀ ਵੀ ਹੋ ਸਕਦੀ ਹੈ। ਹੈਲਥ ਸੈਕਟਰ ਵਿੱਚ ਕਾਮਿਆਂ ਦੀ ਕਮੀ ਦੂਰ ਕਰਨ ਲਈ ਅੰਟਾਰੀਓ ਸਰਕਾਰ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ। ਅੰਟਾਰੀਓ ਸਰਕਾਰ ਨੇ ਕਿਹਾ ਕਿ ਹੁਣ ਇੰਟਰਨੈਸ਼ਨਲ ਐਜੂਕੇਟਡ ਨਰਸਸ ਵੀ ਅੰਟਾਰੀਓ ਦੇ ਹਸਪਤਾਲਾਂ ਵਿੱਚ ਕੰਮ ਕਰ ਸਕਦੀਆਂ ਨੇ। ਇਸ ਸੰਬੰਧੀ ਅੰਟਾਰੀਓ ਦੀ ਸਿਹਤ ਮੰਤਰੀ ਨੇ ਅੱਜ ਇੱਕ ਨਿਊਜ਼ ਕਾਨਫਰੰਸ ਵਿੱਚ ਐਲਾਨ ਕੀਤਾ। ਅੰਟਾਰੀਓ ਦੀ ਸਿਹਤ ਮੰਤਰੀ ਨੇ ਦੱਸਿਆ ਕਿ ਇੰਟਰਨੈਸ਼ਨਲ ਐਜੂਕੇਟਡ ਨਰਸਸ ਹੁਣ ਹਸਪਤਾਲਾਂ, ਲੌਂਗ ਟਰਮ ਕੇਅਰ ਹੋਮਸ ਅਤੇ ਹੋਰ ਹੈਲਥ ਸੈਟਿੰਗ ਗ੍ਰੈਪਲਿੰਗਸ ਵਿੱਚ ਕੰਮ ਕਰ ਸਕਣਗੀਆਂ। ਸਿਹਤ ਮੰਤਰੀ ਕ੍ਰਿਸਟਨ ਏਲੀਅਟ ਨੇ ਦੱਸਿਆ ਕਿ ਇਸ ਵਕਤ 1200 ਐਪਲੀਕੇਸ਼ਨਸ ਆ ਵੀ ਸਕੀਆਂ ਨੇ, ਜਿਹਦੇ ਵਿੱਚ ਇਹ ਦਿਲਚਸਪੀ ਜ਼ਾਹਰ ਕੀਤੀ ਗਈ ਹੈ ਕਿ ਉਹ ਇੱਥੇ ਕੰਮ ਕਰਨਾ ਚਾਹੁੰਦੇ ਨੇ।
ਅੰਟਾਰੀਓ ਸਰਕਾਰ ਦੇ ਇਸ ਕਦਮ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹੁਣ ਹੈਲਥ ਕੇਅਰ ਵਰਕਫੋਰਸ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦਾ ਜ਼ਿਕਰ ਸਿਹਤ ਮੰਤਰੀ ਨੇ ਵੀ ਕੀਤਾ ਕਿ ਇਸ ਪਾਸੇ ਨੂੰ ਇਹ ਇੱਕ ਵੱਡਾ ਕਦਮ ਹੈ। ਇੱਥੇ ਇਹ ਵੀ ਦੱਸਿਆ ਗਿਆ ਕਿ ਇਹਨਾਂ ਉਮੀਦਵਾਰਾਂ ਕੋਲ ਮੌਕਾ ਹੋਵੇਗਾ ਕਿ ਉਹ ਹੈਲਥ ਸਿਸਟਮ ਦੇ ਵਿੱਚ ਪਰਮਾਨੈਂਟ ਸਟਾਫ ਵੀ ਬਣ ਸਕਦੇ ਨੇ। ਇਸ ਦੌਰਾਨ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ 50 ਹਸਪਤਾਲਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਕਿ ਇਸ ਵਕਤ ਹੈਲਥ ਵਰਕਫੋਰਸ ਦੀ ਨੀਡ ਹੈ ਅਤੇ ਇਸੇ ਹਫਤੇ ਹੀ 300 ਨਰਸਾਂ ਨੂੰ ਉੱਥੇ ਡਿਪਲੋਏ ਕਰ ਦਿੱਤਾ ਜਾਵੇਗਾ ਜੋ ਆਪਣੀਆਂ ਸੇਵਾਵਾਂ ਉੱਥੇ ਦੇਣਗੀਆਂ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਬਹੁਤ ਸਾਰੇ ਹੈਲਥ ਵਰਕਰ ਇਸ ਵਕਤ ਕਰੋਨਾ ਤੋਂ ਪੀੜਤ ਹੋ ਕੇ ਘਰ ਵੀ ਬੈਠੇ ਨੇ ਅਤੇ ਹੈਲਥ ਸਿਸਟਮ ਤੇ ਬੋਝ ਵਧਣ ਕਾਰਨ ਕਾਮਿਆਂ ਦੀ ਕਮੀ ਵੀ ਰੜਕ ਰਹੀ ਹੈ, ਜਿਸ ਤੋਂ ਬਾਅਦ ਅੰਟਾਰੀਓ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ। ਇਸ ਤੋਂ ਪਹਿਲਾਂ ਫੈਡਰਲ ਸਰਕਾਰ ਵੱਲੋਂ ਵੀ ਹੈਲਥ ਵਰਕਰਸ ਲਈ ਖਾਸ ਇਮੀਗ੍ਰੇਸ਼ਨ ਪ੍ਰੋਗਰਾਮ ਕੱਢੇ ਗਏ ਨੇ ਜਿਸ ਵਿੱਚ ਉਹਨਾਂ ਨੂੰ ਕੈਨੇਡਾ ਆਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੋਵਿਡ-19 ਦੇ ਦੌਰਾਨ ਲਾਕਡਾਊਨ ਲੱਗ ਗਿਆ ਸੀ ਜਿਸ ਤੋਂ ਬਾਅਦ ਲਾਇਸੈਂਸ ਅਪਾਇੰਟਮੈਂਟਸ ਦਾ ਬੈਕਲੌਗ ਕਾਫੀ ਵੱਧ ਗਿਆ ਸੀ ਅਤੇ ਇਹ ਬੈਕਲੌਗ ਸਾਰੇ ਕੈਨੇਡਾ 'ਚ ਹੀ ਵਧਿਆ, ਪਰ ਅੰਟਾਰੀਓ ਵੱਲੋਂ ਇਸ ਨੂੰ ਹੱਲ ਕਰਨ ਲਈ ਇੱਕ ਨਵਾਂ ਕਦਮ ਚੁੱਕਿਆ ਗਿਆ ਜਿਸ ਦੇ ਵਿੱਚ ਕਲਾਸ ਜੀ ਰੋਡ ਟੈਸਟ ਦੇ ਵਿੱਚ ਕੁਝ ਚੀਜ਼ਾਂ ਨੂੰ ਕੱਢ ਦਿੱਤਾ ਗਿਆ ਤੇ ਇਸ ਟੈਸਟ ਨੂੰ ਛੋਟਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਵੱਧ ਤੋਂ ਵੱਧ ਲੋਕਾਂ ਨੂੰ ਅਪਾਇੰਟਮੈਂਟ ਦਿੱਤੀ ਜਾ ਸਕੇਗੀ। ਕੋਵਿਡ-19 ਤੋਂ ਬਾਅਦ ਲੱਗੇ ਲਾਕਡਾਊਨ ਕਾਰਨ ਅੰਟਾਰੀਓ ਵਿੱਚ ਰੋਡ ਟੈਸਟ ਦੇਣ ਵਾਲੀਆਂ ਅਪਾਇੰਟਮੈਂਟਸ ਦੀ ਬੈਕਲੌਗ ਕਾਫੀ ਵੱਧ ਗਈ ਸੀ ਜਿਸ ਨੂੰ ਘਟਾਉਣ ਲਈ ਹੁਣ ਸਰਕਾਰ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ। ਸਰਕਾਰ ਵੱਲੋਂ ਜੀ ਰੋਡ ਟੈਸਟ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਜਿਸ ਤੋਂ ਬਾਅਦ ਹੁਣ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਹੋਰ ਅਪਾਇੰਟਮੈਂਟਸ ਦਿੱਤੀਆਂ ਜਾ ਸਕਣਗੀਆਂ ਅਤੇ ਜਿਸ ਨਾਲ ਇਸ ਬੈਕਲੌਗ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਸ ਸੰਬੰਧੀ ਇੱਕ ਟਰਾਂਸਪੋਰਟੇਸ਼ਨ ਮਿਨਿਸਟਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਇਹ ਦੱਸਿਆ ਗਿਆ ਕਿ ਕਲਾਸ ਜੀ ਰੋਡ ਟੈਸਟ ਵਿੱਚੋਂ ਕੁਝ ਐਲੀਮੈਂਟਸ ਘਟਾ ਦਿੱਤੇ ਗਏ ਨੇ, ਭਾਵ ਕਿ ਇਸ ਟੈਸਟ ਨੂੰ ਕੁਝ ਛੋਟਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ 30% ਹੋਰ ਲੋਕਾਂ ਨੂੰ ਅਪਾਇੰਟਮੈਂਟ ਦਿੱਤੀ ਜਾ ਸਕੇਗੀ। ਇਸ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜੀ ਕਲਾਸ ਰੋਡ ਟੈਸਟ ਵਿੱਚੋਂ ਉਹ ਐਲੀਮੈਂਟ ਇਸ ਲਈ ਕੱਢੇ ਗਏ ਨੇ ਕਿਉਂਕਿ G2 ਰੋਡ ਟੈਸਟ ਵਿੱਚ ਉਹ ਪਹਿਲਾਂ ਹੀ ਕਰਵਾ ਲਏ ਜਾਂਦੇ ਨੇ ਜਿਸ ਵਿੱਚੋਂ ਰੋਡ ਸਾਈਡ ਸਟਾਪ 3 ਪੁਆਇੰਟ ਟਰਨ ਅਤੇ ਪੈਰਲਲ ਪਾਰਕਿੰਗ ਵਰਗੇ ਹੁਣ ਐਕਸ਼ਨ ਨਹੀਂ ਕਰਵਾਏ ਜਾਣਗੇ ਕਿਉਂਕਿ ਇਹ ਪਹਿਲਾਂ ਹੀ G2 ਰੋਡ ਟੈਸਟ ਵਿੱਚ ਕਰਵਾ ਲਏ ਜਾਂਦੇ ਨੇ ਜਿਸ ਨਾਲ G ਕਲਾਸ ਰੋਡ ਟੈਸਟ ਦਾ ਸਮਾਂ ਘਟ ਜਾਵੇਗਾ ਅਤੇ ਇਸ ਤੋਂ ਬਾਅਦ ਇੱਕ ਦਿਨ ਦੇ ਵਿੱਚ 30% ਹੋਰ ਅਪਾਇੰਟਮੈਂਟਸ ਨੂੰ ਭੁਗਤਾਇਆ ਜਾ ਸਕੇਗਾ ਜਿਸ ਨਾਲ ਇਹ ਬੈਕਲੌਗ ਘਟ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ G1 ਅਤੇ G2 ਤੋਂ G ਕਲਾਸ ਰੋਡ ਟੈਸਟ ਲਾਉਣ ਲਈ ਲੋਕਾਂ ਨੂੰ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੈਕਲੌਗ ਹੋਣ ਦੇ ਕਾਰਨ ਜਲਦੀ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਅਤੇ ਲੰਬੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਇਹ ਅਪਾਇੰਟਮੈਂਟਸ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਤੇ ਹੁਣ ਉਮੀਦ ਇਹ ਹੈ ਕਿ ਜਲਦੀ ਇਹ ਅਪਾਇੰਟਮੈਂਟਸ ਦੇ ਕੇ ਇਸ ਬੈਕਲੌਗ ਨੂੰ ਘਟਾਇਆ ਜਾ ਸਕੇਗਾ। ਅੰਟਾਰੀਓ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਹਸਪਤਾਲਾਂ 'ਚ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਇੱਥੇ ਹੁਣ PCR ਟੈਸਟ ਦੀਆਂ ਲਿਮਿਟੇਸ਼ਨ ਕਰਕੇ ਅਸਲੀ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਨਹੀਂ ਆ ਰਹੇ ਨੇ, ਪਰ ਮਾਹਰਾਂ ਦਾ ਕਹਿਣਾ ਹੈ ਕਿ ਜਿੰਨੇ ਮਾਮਲੇ ਇਸ ਵਕਤ ਸਾਹਮਣੇ ਆ ਰਹੇ ਨੇ ਇਸ ਤੋਂ ਕਿਤੇ ਜ਼ਿਆਦਾ ਅਸਲ ਦੇ ਵਿੱਚ ਇਸ ਵਕਤ ਅੰਟਾਰੀਓ 'ਚ ਕਰੋਨਾ ਵਾਇਰਸ ਦੇ ਮਾਮਲੇ ਨੇ ਜਿਸ ਦਾ ਹਿਸਾਬ ਹਸਪਤਾਲਾਂ 'ਚ ਵੱਧ ਰਹੀ ਮਰੀਜ਼ਾਂ ਦੀ ਗਿਣਤੀ ਤੋਂ ਲਾਇਆ ਜਾ ਸਕਦਾ ਹੈ। ਅੰਟਾਰੀਓ ਵਿੱਚ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ। ਅੰਟਾਰੀਓ 'ਚ ਇਸ ਵਕਤ 3220 ਲੋਕ ਕਰੋਨਾ ਵਾਇਰਸ ਕਾਰਨ ਹਸਪਤਾਲਾਂ ਵਿੱਚ ਦਾਖਲ ਨੇ ਜਦਕਿ 477 ਲੋਕ ICU ਵਿੱਚ ਦਾਖਲ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੀਤੇ ਦਿਨ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਉਸ ਦੇ ਅਨੁਸਾਰ 2497 ਲੋਕ ਹਸਪਤਾਲ ਵਿੱਚ ਦਾਖਲ ਸਨ, ਪਰ ਅੱਜ ਇਹ ਗਿਣਤੀ ਵੱਧ ਕੇ 3220 ਤੱਕ ਪਹੁੰਚ ਗਈ ਹੈ ਜਿਸ ਨੂੰ ਇੱਕ ਰਿਕਾਰਡ ਵਾਧਾ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਕਰੋਨਾ ਵਾਇਰਸ ਕਾਰਨ ਇੰਨੀ ਵੱਡੀ ਪੱਧਰ 'ਤੇ ਲੋਕ ਹਸਪਤਾਲ ਵਿੱਚ ਦਾਖਲ ਨਹੀਂ ਸਨ। ਇਸ ਉੱਤੇ ਚਿੰਤਾ ਜ਼ਾਹਰ ਕਰਦਿਆਂ ਸੂਬੇ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਵਕਤ ICU ਵਿੱਚ 477 ਬੈੱਡ ਭਰ ਚੁੱਕੇ ਨੇ ਅਤੇ ਸੂਬੇ ਕੋਲ 600 ਬੈੱਡ ਹੋਰ ICU ਵਿੱਚ ਅਵੇਲੇਬਲ ਨੇ ਅਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਲੋੜ ਪਈ ਤਾਂ 500 ਹੋਰ ਐਡੀਸ਼ਨਲ ICU ਵਿੱਚ ਬੈੱਡ ਲਾ ਦਿੱਤੇ ਜਾਣਗੇ। ਕਿਊਬਕ ਵਿੱਚ ਬੀਤੇ 24 ਘੰਟਿਆਂ ਦੌਰਾਨ 7951 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ 21 ਲੋਕਾਂ ਦੀ ਮੌਤ ਕਰੋਨਾ ਵਾਇਰਸ ਦੇ ਕਾਰਨ ਬੀਤੇ 24 ਘੰਟਿਆਂ ਦੌਰਾਨ ਹੋਈ ਹੈ, ਪਰ ਹੈਲਥ ਅਫੀਸ਼ੀਅਲ ਨੇ ਵਾਰਨਿੰਗ ਦਿੱਤੀ ਹੈ ਕਿ 7951 ਨੰਬਰ ਘੱਟ ਤੋਂ ਘੱਟ ਨੇ ਕਿਉਂਕਿ ਟੈਸਟਿੰਗ ਲਿਮਿਟੇਸ਼ਨ ਕਰਕੇ ਅਤੇ ਬੈਕਲੌਗਸ ਕਰਕੇ ਅਸਲੀ ਨੰਬਰ ਕਰੋਨਾ ਵਾਇਰਸ ਦੇ ਸਾਹਮਣੇ ਨਹੀਂ ਆ ਰਹੇ ਨੇ
ਅਤੇ ਉਹਨਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਜੇਕਰ ਗ੍ਰੇਟਰ ਟੋਰਾਂਟੋ ਦੀ ਗੱਲ ਕੀਤੀ ਜਾਵੇ ਤਾਂ ਬੀਤੇ 24 ਘੰਟਿਆਂ ਦੌਰਾਨ ਟੋਰਾਂਟੋ ਦੇ ਇਲਾਕੇ ਵਿੱਚੋਂ 1649 ਕੇਸ, ਪੀਲ ਰੀਜਨ ਵਿੱਚੋਂ 1143, ਯਾਰਕ ਰੀਜਨ ਤੋਂ 844 ਅਤੇ ਇਸ ਦੇ ਨਾਲ ਹੀ ਹਾਲਟਨ ਰੀਜਨ ਤੋਂ 373 ਮਾਮਲੇ ਸਾਹਮਣੇ ਆਏ ਨੇ, ਜਦਕਿ ਵਾਟਰਲੋ ਰੀਜਨ ਤੋਂ 546 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਓਟਵਾ ਰਾਜਧਾਨੀ ਤੋਂ 450 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸ ਉਮਰ ਵਰਗ ਦੇ ਵਿੱਚੋਂ ਕਿੰਨੇ ਮਾਮਲੇ ਸਾਹਮਣੇ ਆਏ ਨੇ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 7951 ਵਿੱਚੋਂ 528 ਕੇਸ ਅਜਿਹੇ ਨੇ ਜੋ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਪਾਏ ਗਏ ਨੇ। 12 ਤੋਂ 19 ਸਾਲ ਦੇ ਵਿੱਚ 555 ਕੇਸ ਸਾਹਮਣੇ ਆਏ ਨੇ, ਜਦਕਿ 20 ਤੋਂ ਲੈ ਕੇ 39 ਸਾਲ ਤੱਕ ਦੇ ਉਮਰ ਵਰਗ ਵਿੱਚ 3014 ਕੇਸ ਸਾਹਮਣੇ ਆਏ ਨੇ। ਇਸੇ ਤਰ੍ਹਾਂ ਹੀ 40 ਤੋਂ ਲੈ ਕੇ 59 ਸਾਲ ਤੱਕ 2351 ਮਾਮਲੇ ਸਾਹਮਣੇ ਆਏ ਨੇ, ਜਦਕਿ 60 ਤੋਂ ਲੈ ਕੇ 79 ਸਾਲ ਤੱਕ ਦੀ ਉਮਰ ਵਰਗ ਵਿੱਚ 1005 ਮਾਮਲੇ ਸਾਹਮਣੇ ਆਏ ਨੇ। ਉੱਥੇ ਹੀ 80 ਸਾਲ ਤੋਂ ਉੱਪਰ ਦੀ ਉਮਰ ਵਰਗ ਵਿੱਚ 490 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਅਫੀਸ਼ੀਅਲਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 369 ਲੌਂਗ ਟਰਮ ਕੇਅਰ ਹੋਮਸ ਵਿੱਚ ਇਸ ਵਕਤ ਕਰੋਨਾ ਵਾਇਰਸ ਆਊਟਬ੍ਰੇਕ ਹੋਇਆ। ਜਾਣਕਾਰੀ ਅਨੁਸਾਰ ਹੁਣ ਤੱਕ ਕਿਊਬਕ ਵਿੱਚ 9 ਲੱਖ ਦੇ ਆਸ-ਪਾਸ ਕਰੋਨਾ ਵਾਇਰਸ ਦੇ ਮਾਮਲੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਰਜ ਕੀਤੇ ਜਾ ਚੁੱਕੇ ਨੇ, ਜਿਸ ਵਿੱਚੋਂ 7.5 ਲੱਖ ਦੇ ਆਸ-ਪਾਸ ਲੋਕ ਠੀਕ ਹੋ ਚੁੱਕੇ ਨੇ। ਬੀਤੇ 24 ਘੰਟਿਆਂ ਦੌਰਾਨ ਵੀ 9893 ਲੋਕ ਕਰੋਨਾ ਵਾਇਰਸ ਤੋਂ ਠੀਕ ਹੋਏ ਨੇ। ਅੰਟਾਰੀਓ ਤੋਂ ਬਾਅਦ ਕਿਊਬਕ ਵਿੱਚ ਵੀ ਇਸ ਵਕਤ ਕਰੋਨਾ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਬੀਤੇ 24 ਘੰਟਿਆਂ ਦੌਰਾਨ 62 ਲੋਕਾਂ ਦੀ ਮੌਤ ਕਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਹੋਰਨਾਂ ਕਈ ਸੂਬਿਆਂ ਵਿੱਚ ਵੀ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਜਿਸ ਸੰਬੰਧੀ ਜਾਣਕਾਰੀ ਇਸ ਰਿਪੋਰਟ ਵਿੱਚ ਦਿੱਤੀ ਗਈ ਹੈ। ਕਿਊਬਕ 'ਚ ਕਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਹ ਗਿਣਤੀ ਹੁਣ 12000 ਨੂੰ ਪਾਰ ਕਰ ਗਈ ਹੈ। ਬੀਤੀ 24 ਘੰਟਿਆਂ ਦੌਰਾਨ 62 ਲੋਕਾਂ ਦੀ ਮੌਤ ਕਰੋਨਾ ਵਾਇਰਸ ਕਾਰਨ ਹੋਈ ਹੈ ਅਤੇ ਇਸੇ ਤਰ੍ਹਾਂ ਹੀ ਜਨਵਰੀ 2021 ਵਿੱਚ ਇੱਕ ਦਿਨ 'ਚ 62 ਲੋਕਾਂ ਦੀ ਮੌਤ ਦਾ ਅੰਕੜਾ ਸਾਹਮਣੇ ਆਇਆ ਸੀ, ਜੋ ਕਿ ਹੁਣ ਇੱਕ ਵਾਰੀ ਫਿਰ ਸਾਹਮਣੇ ਆਇਆ, ਜਿਸ ਤੋਂ ਪਤਾ ਲੱਗਦਾ ਕਿ ਇਸ ਵਕਤ ਕਿਊਬਕ 'ਚ ਹਾਲਾਤ ਕਿੰਨੇ ਗੰਭੀਰ ਬਣੇ ਹੋਏ ਨੇ। ਇਹਨਾਂ 62 ਮੌਤਾਂ ਨਾਲ ਹੁਣ ਕਿਊਬਕ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ 12028 ਤੱਕ ਪਹੁੰਚ ਗਈ ਹੈ। ਕਿਊਬਕ ਦੇ ਹਸਪਤਾਲਾਂ ਵਿੱਚ ਇਸ ਵਕਤ 433 ਲੋਕ ICU ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਕਿਊਬਕ ਵਿੱਚ 8710 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, ਪਰ ਇਸ ਦੇ ਨਾਲ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਹ ਅਸਲੀ ਨੰਬਰ ਨਹੀਂ ਨੇ, ਕਿਉਂਕਿ ਇਸ ਵਕਤ PCR ਸਕਰੀਨਿੰਗ ਦੀ ਐਲੀਜੀਬਿਲਟੀ ਘਟਾ ਦਿੱਤੀ ਗਈ ਹੈ ਅਤੇ ਰੈਪਿਡ ਟੈਸਟ ਦੀ ਅਪਡੇਟ ਜਿਹੜੀ ਆ ਪ੍ਰੋਵਿੰਸ ਆਪਣੀ ਅਪਡੇਟ ਵਿੱਚ ਸ਼ਾਮਲ ਨਹੀਂ ਕਰਦੀ, ਜਿਸ ਕਾਰਨ ਅਸਲੀ ਨੰਬਰ ਇਸ ਵਕਤ ਸਾਹਮਣੇ ਨਹੀਂ ਆ ਰਹੇ ਨੇ। ਪਰ ਇਸ ਦੇ ਹਿਸਾਬ ਨਾਲ ਵੀ ਇਸ ਵਕਤ 1 ਲੱਖ ਤੋਂ ਜ਼ਿਆਦਾ ਕਿਊਬਕ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਸ਼ਾਮਲ ਨੇ, ਜਿਸ ਨਾਲ ਪਤਾ ਲਾਇਆ ਜਾ ਸਕਦਾ ਕਿ ਹਾਲਾਤ ਕਿੰਨੇ ਗੰਭੀਰ ਨੇ। ਉਧਰ ਮੈਨੀਟੋਬਾ ਵਿੱਚ ਵੀ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਗਈ ਹੈ। ਮੈਨੀਟੋਬਾ ਵਿੱਚ ਇਸ ਵਕਤ 418 ਲੋਕ ਹਸਪਤਾਲ ਵਿੱਚ ਦਾਖਲ ਨੇ, ਜਦਕਿ ਇਹਨਾਂ ਵਿੱਚੋਂ 42 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜੋ ਕਿ ਇਸ ਵਕਤ ICU ਵਿੱਚ ਦਾਖਲ ਨੇ। ਮੈਨੀਟੋਬਾ ਵਿੱਚ ਬੀਤੇ 24 ਘੰਟਿਆਂ ਦੌਰਾਨ 2012 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਨੇ ਅਤੇ ਹੁਣ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 33617 ਤੱਕ ਪਹੁੰਚ ਗਈ ਹੈ। ਸੂਬੇ 'ਚ ਕਰੋਨਾ ਵਾਇਰਸ ਕਾਰਨ ਹੁਣ ਤੱਕ 1426 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਧਰ ਸਸਕੈਚੁਅਨ ਵਿੱਚ ਬੀਤੇ 24 ਘੰਟਿਆਂ ਦੌਰਾਨ 1027 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਉੱਥੇ ਇਸ ਵਕਤ ਐਕਟਿਵ ਕੇਸਾਂ ਦੀ ਗਿਣਤੀ 8229 ਤੱਕ ਪਹੁੰਚ ਗਈ ਹੈ। ਸਸਕੈਚੁਅਨ ਵਿੱਚ 121 ਲੋਕ ਹਸਪਤਾਲ ਵਿੱਚ ਦਾਖਲ ਨੇ, ਜਦਕਿ ਇਹਨਾਂ ਵਿੱਚੋਂ 11 ਲੋਕ ICU ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਮੈਨੀਟੋਬਾ ਵੱਲੋਂ ਜੋ ਪਿਛਲੇ 7 ਦਿਨ ਦੀ ਔਸਤ ਕੱਢੀ ਗਈ ਹੈ, ਉਸ ਦੇ ਹਿਸਾਬ ਨਾਲ ਪਿਛਲੇ 7 ਦਿਨਾਂ 'ਚ 980 ਰੋਜ਼ਾਨਾ ਔਸਤਨ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਸੇ ਤਰੀਕੇ ਨਾਲ ਹੀ ਕੈਨੇਡਾ ਦੇ ਹੋਰ ਕਈ ਸੂਬਿਆਂ ਵਿੱਚ ਵੀ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਕਈ ਸੂਬਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਇਸ ਤੋਂ ਵੀ ਗੰਭੀਰ ਬਣ ਸਕਦੇ ਨੇ। ਇਸੇ ਤਰੀਕੇ ਨਾਲ ਨਿਊ ਬ੍ਰਿੰਸਵਿਕ ਦੇ ਹੈਲਥ ਅਫੀਸ਼ੀਅਲਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੇਕਰ ਇਸੇ ਤਰੀਕੇ ਨਾਲ ਹੀ ਟ੍ਰੈਂਡ ਚੱਲਦਾ ਰਿਹਾ ਤੇ ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਨਿਊ ਬ੍ਰਿੰਸਵਿਕ ਵਿੱਚ ਰੋਜ਼ਾਨਾ 5000 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਸਕਦੇ ਨੇ।
ਹਾਲਾਂਕਿ ਇਸ ਵਕਤ ਨਿਊ ਬ੍ਰਿੰਸਵਿਕ ਵਿੱਚ 88 ਲੋਕ ਹਸਪਤਾਲ ਵਿੱਚ ਦਾਖਲ ਨੇ। ਕੈਨੇਡਾ 'ਚ ਓਮੀਕਰੋਨ ਇਸ ਵਕਤ ਆਪਣਾ ਕਹਿਰ ਦਿਖਾ ਰਿਹਾ ਹੈ ਅਤੇ ਓਮੀਕਰੋਨ ਦੇ ਫੈਲਾਅ ਤੋਂ ਬਾਅਦ ਹੀ ਇੰਨੀ ਵੱਡੀ ਪੱਧਰ ਉੱਤੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਕੁਝ ਸੂਬਿਆਂ ਵਿੱਚ ਟੈਸਟਿੰਗ ਲਿਮਿਟੇਸ਼ਨ ਕਰਕੇ ਅਸਲੀ ਨੰਬਰ ਸਾਹਮਣੇ ਵੀ ਨਹੀਂ ਆ ਰਹੇ, ਜਿਸ ਵਿੱਚ ਕਿਊਬਕ ਅਤੇ ਅੰਟਾਰੀਓ ਵਰਗੇ ਸੂਬੇ ਵੀ ਸ਼ਾਮਲ ਨੇ। ਬੀਤੇ ਕਈ ਹਫ਼ਤਿਆਂ ਤੋਂ 에ਅਰਲਾਈਨਸ ਕੰਪਨੀਆਂ ਨੂੰ ਸਟਾਫ ਦੀ ਸ਼ਾਰਟੇਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇੱਕ ਤਾਂ ਮੌਸਮ ਕਰਕੇ ਕੁਝ ਫਲਾਈਟਾਂ ਰੱਦ ਹੋਈਆਂ ਸਨ, ਪਰ ਹੁਣ ਕਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਨ ਬਹੁਤ ਸਾਰੀਆਂ 에ਅਰਲਾਈਨਸ ਦਾ ਸਟਾਫ ਇਸ ਵਕਤ ਘਰ ਬੈਠਾ ਹੈ ਅਤੇ ਇਸ ਦੌਰਾਨ ਅਮਰੀਕਾ ਦੀ ਵੱਡੀ 에ਅਰਲਾਈਨਸ ਕੰਪਨੀ ਯੂਨਾਈਟਿਡ 에ਅਰਲਾਈਨਸ ਵੱਲੋਂ ਇੱਕ ਅੱਜ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਵਕਤ ਉਹਨਾਂ ਦੇ 3000 ਕਾਮੇ ਕਰੋਨਾ ਪੋਜ਼ਿਟਿਵ ਨੇ, ਜਿਸ ਕਾਰਨ ਬਹੁਤ ਸਾਰੀਆਂ ਫਲਾਈਟਾਂ ਕੈਂਸਲ ਕੀਤੀਆਂ ਜਾ ਰਹੀਆਂ ਨੇ। ਅਮਰੀਕਾ ਦੀ ਵੱਡੀ 에ਅਰਲਾਈਨਸ ਕੰਪਨੀ ਯੂਨਾਈਟਿਡ 에ਅਰਲਾਈਨਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਯੂਨਾਈਟਿਡ 에ਅਰਲਾਈਨਸ ਦੇ ਤਕਰੀਬਨ 3000 ਕਾਮੇ ਇਸ ਵਕਤ ਕਰੋਨਾ ਪੋਜ਼ਿਟਿਵ ਪਾਏ ਗਏ ਨੇ, ਜਿਸ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਫਲਾਈਟਾਂ ਰੱਦ ਕਰਨੀਆਂ ਪੈ ਰਹੀਆਂ ਨੇ। ਇਸ ਸੰਬੰਧੀ ਅੱਜ ਯੂਨਾਈਟਿਡ 에ਅਰਲਾਈਨਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਹਾਲਾਂਕਿ ਉਹਨਾਂ ਵੱਲੋਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਕਿੰਨੀਆਂ ਕੁ ਫਲਾਈਟਾਂ ਕੈਂਸਲ ਕਰਨੀਆਂ ਪੈਣਗੀਆਂ, ਪਰ ਉਹਨਾਂ ਨੇ ਦੱਸਿਆ ਕਿ ਇਸ ਵਕਤ ਉਹਨਾਂ ਦੇ ਤਕਰੀਬਨ 3000 ਵਰਕਰ ਕਰੋਨਾ ਵਾਇਰਸ ਤੋਂ ਪੀੜਤ ਨੇ, ਜਿਸ ਕਾਰਨ ਸਟਾਫ ਦੀ ਸ਼ਾਰਟੇਜ ਪੈਦਾ ਹੋ ਗਈ ਹੈ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਫਲਾਈਟਾਂ ਰੱਦ ਕਰਨੀਆਂ ਪਈਆਂ ਨੇ। ਜ਼ਿਕਰਯੋਗ ਹੈ ਕਿ ਯੂਨਾਈਟਿਡ 에ਅਰਲਾਈਨਸ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਅਤੇ ਨਵੇਂ ਸਾਲ ਉੱਤੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੀਆਂ ਫਲਾਈਟਾਂ ਰੱਦ ਕਰਨੀਆਂ ਪਈਆਂ ਸਨ। 에ਅਰਲਾਈਨ ਵੱਲੋਂ ਦੱਸਿਆ ਗਿਆ ਕਿ ਸਤੰਬਰ ਵਿੱਚ ਹੀ ਉਹਨਾਂ ਨੇ ਮੈਂਡੇਟ ਵੈਕਸੀਨ ਦਾ ਕਾਨੂੰਨ ਲਾਗੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਕਾਮੇ ਲਗਭਗ ਸਾਰੇ ਹੀ ਕਹੀਏ ਤਾਂ ਇਸ ਵਕਤ ਕਰੋਨਾ ਵਾਇਰਸ ਤੋਂ ਬਚਣ ਲਈ ਵੈਕਸੀਨੇਟਡ ਨੇ, ਪਰ ਇਸ ਦੇ ਬਾਵਜੂਦ ਵੀ 3000 ਕਰਮਚਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇਸ ਵਕਤ ਕਰੋਨਾ ਵਾਇਰਸ ਤੋਂ ਪੀੜਤ ਨੇ, ਜਿਸ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਫਲਾਈਟਾਂ ਰੱਦ ਕਰਨੀਆਂ ਪਈਆਂ ਨੇ। ਸਟਾਫ ਦੀ ਸ਼ਾਰਟੇਜ ਕਾਰਨ ਅਮਰੀਕਾ ਦੀਆਂ ਹੋਰ ਵੀ ਕਈ 에ਅਰਲਾਈਨਸ ਨੂੰ ਇਸ ਤਰੀਕੇ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹਨਾਂ ਨੂੰ ਬਹੁਤ ਸਾਰੀਆਂ ਫਲਾਈਟਾਂ ਰੱਦ ਕਰਨੀਆਂ ਪਈਆਂ। ਕ੍ਰਿਸਮਸ ਅਤੇ ਨਵੇਂ ਸਾਲ ਦੇ ਦੌਰਾਨ ਕੈਨੇਡਾ ਵਿੱਚ ਵੀ ਇਹੀ ਮੁਸੀਬਤ ਦੇਖਣ ਨੂੰ ਮਿਲੀ ਸੀ, ਜਦੋਂ ਮੌਸਮ ਅਤੇ ਕਰੋਨਾ ਵਾਇਰਸ ਕਾਰਨ ਸਿਕ ਲੀਵ ਲੈਣ ਵਾਲੇ ਕਾਮਿਆਂ ਕਰਕੇ ਬਹੁਤ ਸਾਰੀਆਂ ਫਲਾਈਟਾਂ ਰੱਦ ਹੋਈਆਂ ਸਨ, ਜਿਸ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਸੀ। ਸੋ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਇੱਕ ਵਾਰੀ ਫਿਰ ਚੋਣਵੀਆਂ ਖਬਰਾਂ ਤੇ। ਕਿਊਬਕ ਸਰਕਾਰ ਦਾ ਵੱਡਾ ਫੈਸਲਾ, ਵੈਕਸੀਨ ਨਾ ਲਵਾਉਣ ਵਾਲੇ ਲੋਕਾਂ ਤੇ ਲੱਗੇਗਾ ਹੈਲਥ ਟੈਕਸ। ਬ੍ਰਿਟਿਸ਼ ਕੋਲੰਬੀਆ ਵਿੱਚ ਭਾਰੀ ਮੀਂਹ ਦੀ ਚੇਤਾਵਨੀ, ਇੱਕ ਵਾਰੀ ਫਿਰ ਆ ਸਕਦੇ ਨੇ ਹੜ੍ਹ। ਟਰੂਡੋ ਨੇ ਕੀਤੀ ਅਪੀਲ, ਹਰ ਵਿਅਕਤੀ ਜ਼ਰੂਰ ਲਗਵਾਵੇ ਵੈਕਸੀਨ। ਅੰਟਾਰੀਓ ਦਾ ਵੱਡਾ ਫੈਸਲਾ, ਇੰਟਰਨੈਸ਼ਨਲ ਨਰਸਸ ਨੂੰ ਦਿੱਤਾ ਜਾਵੇਗਾ ਕੰਮ ਅਤੇ ਅੰਟਾਰੀਓ ਵਿੱਚ ਜੀ ਕਲਾਸ ਰੋਡ ਟੈਸਟ ਲਈ ਨਵੀਆਂ ਹਦਾਇਤਾਂ, ਟੈਸਟ ਨੂੰ ਕੀਤਾ ਗਿਆ ਛੋਟਾ। ਸੋ ਇਹ ਸੀ ਅੱਜ ਦਾ ਖਾਸ ਨਿਊਜ਼ ਬੁਲਟਨ। ਸੋ ਇਸੇ ਤਰੀਕੇ ਨਾਲ ਅਸੀਂ ਜਾਣਕਾਰੀ ਭਰਪੂਰ ਤੇ ਨਵੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।